ਮਗਧ ਦੇ ਸਭ ਤੋਂ ਮਹਾਨ ਰਾਜਾਵਾਂ ਵਿੱਚੋਂ ਇੱਕ ਰਾਜਾ ਅਸ਼ੋਕ ਦਾ ਰਾਜ ਬਹੁਤ ਵਧੀਆ ਚੱਲ ਰਿਹਾ ਸੀ। ਪਰ ਕਹਿੰਦੇ ਨੇ ਨਾ ਕਿ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ। ਇਸ ਤਰ੍ਹਾਂ ਹੀ ਰਾਜੇ ਦੀ ਜ਼ਿੰਦਗੀ ਵਿੱਚ ਵੀ ਹੋਇਆ। ਰਾਜਾ ਕਈ ਮੁਸ਼ਕਲਾਂ ਨਾਲ ਘਿਰ ਗਿਆ। ਉਹ ਉਹਨਾਂ ਮੁਸ਼ਕਲਾਂ ਵਿੱਚੋਂ ਬਾਹਰ ਨਹੀਂ ਨਿਕਲ ਪਾ ਰਿਹਾ ਸੀ। ਉਸਨੇ ਕਈ ਤਰ੍ਹਾਂ ਦੇ ਢੰਗ ਵੀ ਅਪਣਾਏ ਪਰ ਉਹ ਅਸਫਲ ਰਿਹਾ। ਇੱਕ ਦਿਨ ਰਾਜਾ ਦੀ ਮੁਲਾਕਾਤ ਇੱਕ ਤਾਂਤਰਿਕ ਨਾਲ ਹੋਈ। ਰਾਜੇ ਨੇ ਤਾਂਤਰਿਕ ਨੂੰ ਆਪਣੀਆਂ ਸਾਰੀਆਂ ਮੁਸ਼ਕਲਾਂ ਦੱਸੀਆਂ ਤਾਂ ਤਾਂਤਰਿਕ ਨੇ ਰਾਜੇ ਦੀਆਂ ਗੱਲਾਂ ਸਭ ਧਿਆਨ ਨਾਲ ਸੁਣੀਆਂ ਤੇ ਧਿਆਨ ਨਾਲ ਸੁਣਨ ਤੋਂ ਬਾਅਦ ਕਿਹਾ ਕਿ ਰਾਜਾ ਜੀ, ਤੁਹਾਨੂੰ ਪਸ਼ੂਆਂ ਦੀ ਬਲੀ ਦੇਣੀ ਹੋਵੇਗੀ ਤਾਂ ਹੀ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਹੋ ਸਕਦਾ ਹੈ। ਰਾਜਾ ਤਾਂਤਰਿਕ ਦੀਆਂ ਗੱਲਾਂ ਸੁਣਨ ਤੋਂ ਬਾਅਦ ਸੋਚਾਂ ਵਿੱਚ ਪੈ ਗਿਆ। ਪਰ ਫਿਰ ਜਦੋਂ ਰਾਜੇ ਨੂੰ ਕੋਈ ਦੂਸਰਾ ਰਸਤਾ ਨਾ ਮਿਲਿਆ ਤਾਂ ਰਾਜੇ ਨੇ ਤਾਂਤਰਿਕ ਦੀ ਗੱਲ ਮੰਨ ਲਈ ਤੇ ਤਾਂਤਰਿਕ ਦੇ ਕਹੇ ਮੁਤਾਬਿਕ ਇੱਕ ਵੱਡਾ ਯੱਗ ਕੀਤਾ। ਫਿਰ ਉਸਨੇ ਕੁਝ ਪਸ਼ੂਆਂ ਨੂੰ ਮੈਦਾਨ ਵਿੱਚ ਬਲੀ ਦੇ ਲਈ ਬੰਨ੍ਹ ਦਿੱਤਾ। ਸੰਯੋਗ ਨਾਲ ਉਸ ਰਾਜ ਵਿੱਚ ਉਸ ਦਿਨਾਂ ਵਿੱਚ ਮਹਾਤਮਾ ਬੁੱਧ ਜੀ ਆਏ ਹੋਏ ਸਨ। ਉਹਨਾਂ ਨੂੰ ਜਿਵੇਂ ਹੀ ਪਤਾ ਲੱਗਾ ਕਿ ਰਾਜਾ ਨਿਰਦੋਸ਼ ਪਸ਼ੂਆਂ ਦੀ ਬਲੀ ਦੇਣ ਵਾਲਾ ਹੈ ਤਾਂ ਉਹ ਯੱਗ ਵਾਲੀ ਜਗ੍ਹਾ 'ਤੇ ਪਹੁੰਚ ਗਏ ਤੇ ਉਹਨਾਂ ਨੇ ਜਾ ਕੇ ਰਾਜੇ ਨੂੰ ਕਿਹਾ ਕਿ ਰਾਜਨ, ਤੁਸੀਂ ਇਹ ਕੀ ਕਰ ਰਹੇ ਹੋ? ਨਿਰਦੋਸ਼ ਪਸ਼ੂਆਂ ਦੀ ਬਲੀ ਕਿਉਂ ਦੇ ਰਹੇ ਹੋ? ਇਹਨਾਂ ਨੂੰ ਕਿਉਂ ਮਾਰਨ ਲੱਗੇ ਹੋ? ਤਾਂ ਰਾਜਾ ਮਹਾਤਮਾ ਜੀ ਨੂੰ ਬੋਲਿਆ ਕਿ ਮਹਾਤਮਾ ਜੀ, ਮੈਂ ਇਹਨਾਂ ਨੂੰ ਮਾਰਨ ਨਹੀਂ ਲੱਗਾ ਬਲਕਿ ਰਾਜ ਦੇ ਕਲਿਆਣ ਦੇ ਲਈ ਇਹਨਾਂ ਦੀ ਬਲੀ ਦੇਣ ਲੱਗਾ ਹਾਂ, ਜਿਸ ਨਾਲ ਰਾਜ ਦਾ ਕਲਿਆਣ ਹੋਵੇਗਾ। ਤਾਂ ਮਹਾਤਮਾ ਜੀ ਕਹਿਣ ਲੱਗੇ ਕਿ ਰਾਜਾ ਜੀ, ਕਦੇ ਕਿਸੇ ਨਿਰਦੋਸ਼ ਪਸ਼ੂ ਦੀ ਬਲੀ ਦੇਣ ਨਾਲ ਵੀ ਕਿਸੇ ਦਾ ਭਲਾ ਹੋਇਆ ਹੈ? ਤੇ ਫਿਰ ਮਹਾਤਮਾ ਬੁੱਧ ਜੀ ਨੇ ਜ਼ਮੀਨ ਤੋਂ ਇੱਕ ਤਿਨਕਾ ਚੁੱਕਿਆ ਤੇ ਰਾਜੇ ਨੂੰ ਕਿਹਾ ਕਿ ਇਸ ਨੂੰ ਤੋੜ ਕੇ ਦਿਖਾਓ। ਰਾਜੇ ਨੇ ਤਿਨਕੇ ਦੇ 2 ਟੁਕੜੇ ਕਰ ਦਿੱਤੇ। ਫਿਰ ਮਹਾਤਮਾ ਜੀ ਬੋਲੇ, ਹੁਣ ਇਸ ਨੂੰ ਦੁਬਾਰਾ ਜੋੜ ਕੇ ਦਿਖਾਓ। ਤਾਂ ਰਾਜਾ ਬੋਲਿਆ, ਮਹਾਤਮਾ ਜੀ, ਤੁਸੀਂ ਇਹ ਕੈਸੀਆਂ ਗੱਲਾਂ ਕਰ ਰਹੇ ਹੋ? ਇਸ ਨੂੰ ਦੁਬਾਰਾ ਮੈਂ ਕਿਵੇਂ ਜੋੜ ਸਕਦਾ? ਇਸ ਨੂੰ ਤਾਂ ਕੋਈ ਵੀ ਜੋੜ ਨਹੀਂ ਸਕਦਾ। ਤਾਂ ਬੁੱਧ ਜੀ ਰਾਜੇ ਨੂੰ ਸਮਝਾਉਂਦੇ ਹੋਏ ਬੋਲੇ ਕਿ ਜਿਵੇਂ ਕਿ ਇਸ ਤਿਨਕੇ ਦੇ ਟੁੱਟ ਜਾਣ ਤੋਂ ਬਾਅਦ ਤੁਸੀਂ ਇਹਨੂੰ ਦੁਬਾਰਾ ਨਹੀਂ ਜੋੜ ਸਕਦੇ, ਉਸੇ ਤਰ੍ਹਾਂ ਹੀ ਇਹਨਾਂ ਪਸ਼ੂਆਂ ਦੀ ਬਲੀ ਦੇਣ ਤੋਂ ਬਾਅਦ ਇਹ ਮਰ ਜਾਣਗੇ। ਤੁਸੀਂ ਇਹਨਾਂ ਨੂੰ ਦੁਬਾਰਾ ਜਿਉਂਦੇ ਨਹੀਂ ਕਰ ਸਕਦੇ ਬਲਕਿ ਇਹਨਾਂ ਨੂੰ ਮਾਰਨ ਤੋਂ ਬਾਅਦ ਤੁਸੀਂ ਪਾਪਾਂ ਦੇ ਆਭਾਰੀ ਹੋ ਜਾਓਗੇ। ਤੁਹਾਡੀਆਂ ਮੁਸ਼ਕਲਾਂ ਘਟ ਜਾਣ ਦੀ ਬਜਾਏ ਕਈ ਗੁਣਾ ਹੋਰ ਵੱਧ ਜਾਣਗੀਆਂ, ਕਿਉਂਕਿ ਕਿਸੇ ਨਿਰਦੋਸ਼ ਜਾਨਵਰ ਨੂੰ ਮਾਰ ਕੇ ਕੋਈ ਵੀ ਇਨਸਾਨ ਖੁਸ਼ੀ ਪ੍ਰਾਪਤ ਨਹੀਂ ਕਰ ਸਕਦਾ। ਤੁਹਾਡੀਆਂ ਸਮੱਸਿਆਵਾਂ ਦਾ ਹੱਲ ਜੀਵਾਂ ਨੂੰ ਮਾਰ ਕੇ ਕਦੇ ਨਹੀਂ ਹੋ ਸਕਦਾ। ਤੁਸੀਂ ਇੱਕ ਰਾਜਾ ਹੋ, ਤੁਹਾਨੂੰ ਸੋਚ ਵਿਚਾਰ ਕੇ ਮੁਸ਼ਕਲਾਂ ਦਾ ਹੱਲ ਕੱਢਣਾ ਚਾਹੀਦਾ ਹੈ। ਜੇ ਤੁਸੀਂ ਸੱਚਮੁੱਚ ਹੀ ਆਪਣੀਆਂ ਮੁਸ਼ਕਲਾਂ ਦਾ ਹੱਲ ਕੱਢਣਾ ਚਾਹੁੰਦੇ ਹੋ ਤਾਂ ਆਪਣੇ ਦਿਮਾਗ ਤੋਂ ਕੰਮ ਲਵੋ। ਮੁਸ਼ਕਲਾਂ ਤਾਂ ਆਉਂਦੀਆਂ ਜਾਂਦੀਆਂ ਹੀ ਰਹਿੰਦੀਆਂ ਨੇ ਤੇ ਇਹੀ ਜ਼ਿੰਦਗੀ ਦੀ ਸੱਚਾਈ ਹੈ। ਕਿਸੇ ਵੀ ਨਿਰਦੋਸ਼ ਜਾਨਵਰ ਨੂੰ ਮਾਰ ਕੇ ਤੁਸੀਂ ਆਪਣੀਆਂ ਮੁਸ਼ਕਲਾਂ ਨੂੰ ਖਤਮ ਨਹੀਂ ਕਰ ਸਕਦੇ ਬਲਕਿ ਉਹਨਾਂ ਦਾ ਹੱਲ ਤੁਹਾਨੂੰ ਦਿਮਾਗ ਨਾਲ ਸੋਚ ਵਿਚਾਰ ਕੇ ਹੀ ਕੱਢਣਾ ਪਵੇਗਾ। ਇਹ ਸੁਣ ਕੇ ਰਾਜਾ ਮਹਾਤਮਾ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਤੇ ਉਹਨਾਂ ਤੋਂ ਆਪਣੀ ਭੁੱਲ ਦੇ ਲਈ क्षमा ਮੰਗਣ ਲੱਗਾ। ਤੇ ਫਿਰ ਰਾਜੇ ਨੇ ਇਹ ਐਲਾਨ ਕਰਾ ਦਿੱਤਾ ਕਿ ਉਸ ਦੇ ਰਾਜ ਵਿੱਚ ਕਦੇ ਵੀ ਕਿਸੇ ਨਿਰਦੋਸ਼ ਜਾਨਵਰ ਦੀ ਬਲੀ ਨਹੀਂ ਦਿੱਤੀ ਜਾਵੇਗੀ। ਹੁਣ ਮੋਰਲ ਆਫ ਦਾ ਸਟੋਰੀ, ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਦੋਸਤੋ, ਇਸ ਤਰ੍ਹਾਂ ਹੀ ਸਾਡੀ ਜ਼ਿੰਦਗੀ ਵਿੱਚ ਵੀ ਹੁੰਦਾ ਹੈ। ਕਿਸੇ ਦਾ ਕੰਮ ਸਹੀ ਨਹੀਂ ਚੱਲਦਾ, ਕਿਸੇ ਦਾ ਬੇਟਾ ਵਿਹਲਾ ਰਹਿੰਦਾ ਹੈ, ਕਿਸੇ ਦਾ ਨਸ਼ੇ ਕਰਦਾ ਹੈ, ਕਿਸੇ ਦਾ ਪੜ੍ਹਾਈ 'ਚ ਮਨ ਨਹੀਂ ਲੱਗਦਾ, ਕੋਈ ਬਿਮਾਰ ਰਹਿੰਦਾ ਹੈ, ਕਿਸੇ ਦੀ ਬੇਟੀ ਦੇ ਸਸੁਰਾਲ ਵਾਲੇ ਨਹੀਂ ਸਹੀ ਹਨ, ਕਿਸੇ ਦੀ ਬੇਟੀ ਦੇ ਸਸੁਰਾਲ ਵਿੱਚ ਟੂਣੇ ਟੱਪਣੇ ਬਹੁਤ ਲੋਕ ਕਰਨ ਵਾਲੇ ਹਨ, ਕੋਈ ਸਾਡੇ ਨਾਲ ਲੱਗਣ ਵਾਲਾ ਹੈ। ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਕਨਫਿਊਜ਼ ਹੋ ਜਾਂਦੇ ਹਾਂ ਤੇ ਆਪਣੇ ਦਿਮਾਗ ਤੋਂ ਕੰਮ ਲੈਣ ਦੀ ਬਜਾਏ ਅਸੀਂ ਇਹਨਾਂ ਬਾਬਿਆਂ ਤੇ ਤਾਂਤਰਿਕਾਂ ਦੇ ਚੱਕਰ ਵਿੱਚ ਪੈ ਜਾਂਦੇ ਹਾਂ ਤੇ ਧਾਗੇ ਤਵੀਤ ਬੰਨ੍ਹਦੇ ਰਹਿੰਦੇ ਹਾਂ ਤੇ ਆਪਣੇ ਦਿਮਾਗ ਤੋਂ ਕਦੀ ਕੰਮ ਨਹੀਂ ਲੈਂਦੇ ਤੇ ਸਾਰੀ ਜ਼ਿੰਦਗੀ ਰੋਂਦੇ ਪਿੱਟਦੇ ਰਹਿੰਦੇ ਹਾਂ ਕਿ ਦੱਸੋ ਕੀ ਕਰੀਏ, ਮੁਸ਼ਕਲਾਂ ਦਾ ਹੱਲ ਨਹੀਂ ਹੁੰਦਾ ਤੇ ਸੋਚ ਵਿਚਾਰ ਕਦੇ ਕਰਦੇ ਹੀ ਨਹੀਂ। ਸੋ ਦੋਸਤੋ, ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ। ਜੇ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰੋ ਤੇ ਜੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਆਪਣਾ ਖਿਆਲ ਰੱਖਿਓ। ਧੰਨਵਾਦ।